ਐਫ ਨਿਊਜ਼ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ। ਫਰੀਦਕੋਟ 'ਚ ਲਾਪਤਾ ਹੋਏ ਮਨੋਜ ਕਪੂਰ ਦੀ ਤਫਤੀਸ਼ ਕਰਦੀ ਸੀਬੀਆਈ ਨੇ ਵੀ ਕੀਤੇ ਹੱਥ ਖੜੇ। 7 ਸਾਲ ਤੋਂ ਪਰਿਵਾਰ ਮਨੋਜ ਕਪੂਰ ਦੀ ਭਾਲ ਲਈ ਖਾ ਰਿਹਾ ਹੈ ਠੋਕਰਾਂ। 25 ਮਈ 2014 ਨੂੰ ਫਰੀਦਕੋਟ ਦੀ ਸੰਘਣੀ ਆਬਾਦੀ ਵਾਲੇ ਤਲਾਬ ਮਹੱਲਾ ਨੇੜੇ ਠਾਕਰ ਦਵਾਰੇ ਦੇ ਲਾਪਤਾ ਹੋਇਆ ਮਨੋਜ ਕਪੂਰ ਨੂੰ 7 ਸਾਲ ਬੀਤ ਜਾਣ ਤੇ ਵੀ ਉਸ ਦੀ ਅੱਜ ਤੱਕ ਕੋਈ ਉਗ ਸੁੱਗ ਨਹੀਂ ਨਿਕਲੀ। ਦੱਸਣਯੋਗ ਹੈ ਕਿ ਫਰੀਦਕੋਟ ਏਟੀਐਮ ਮਸ਼ੀਨਾਂ 'ਚ ਕੈਸ਼ ਪਾਉਣ ਦਾ ਕੰਮ ਕਰਦੇ ਮਨੋਜ ਕਪੂਰ ਜੋ 7 ਸਾਲ ਪਹਿਲਾਂ ਲਾਪਤਾ ਹੋਇਆ ਸੀ, ਉਸ ਦੇ ਪਰਿਵਾਰ ਵੱਲੋਂ ਕਰੀਬ 1.5 ਸਾਲ ਲਗਾਤਾਰ ਧਰਨੇ, ਅਰਥੀ ਫੂਕ ਮੁਜ਼ਾਹਰੇ, ਕਰੀਬ 2 ਵਾਰ ਫਰੀਦਕੋਟ ਮੁਕੰਮਲ ਬੰਦ ਦੇ ਨਾਲ ਸ਼ਹਿਰ ਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕੇਸ ਵਿੱਚ ਕੁਝ ਵੀ ਪੱਲੇ ਨਾ ਪੈਂਦਾ ਦੇਖ ਪਰਿਵਾਰ ਵੱਲੋਂ ਹਾਈ ਕੋਰਟ ਦੇ ਜ਼ਰੀਏ ਸੀਬੀਆਈ ਦੀ ਜਾਂਚ ਮੰਗੀ ਗਈ ਸੀ, ਜਿਸ ਤੇ ਲਗਾਤਾਰ 5 ਸਾਲ ਤੋਂ ਉੱਪਰ ਸੀਬੀਆਈ ਵੱਲੋਂ ਕੰਮ ਕਰਨ ਤੇ ਅੱਜ ਉਹਨਾਂ ਪਰਿਵਾਰ ਨੂੰ ਇੱਕ ਅਰਜ਼ੀ ਭੇਜ ਕੇ ਇਸ ਕੇਸ ਵਿੱਚੋਂ ਹੱਥ ਖੜੇ ਕਰ ਲਏ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਉਹਨਾਂ ਨੂੰ ਕੁਝ ਵੀ ਸਬੂਤ ਨਹੀਂ ਮਿਲ ਰਹੇ, ਜਿਸ ਕਰਕੇ ਉਹ ਇਹ ਕੇਸ ਬੰਦ ਕਰਨਾ ਚਾਹੁੰਦੇ ਹਨ। ਇਸੇ ਮਾਮਲੇ ਨੂੰ ਲੈ ਕੇ ਮਨੋਜ ਕਪੂਰ ਦੇ ਪਰਿਵਾਰ ਵਾਲਿਆਂ ਨੇ ਅੱਜ ਪ੍ਰੈਸ ਵਾਰਤਾ ਦੌਰਾਨ ਕੀ ਕਿਹਾ, ਵੇਖੋ। ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ ਇਹ ਰਿਪੋਰਟ। हाँ सर, एक्चुअली 25 मई 2014 ਨੂੰ ਮੇਰਾ ਬ੍ਰਦਰ ਮਨੋਜ ਕਪੂਰ ਕਿਡਨੈਪ ਹੋਇਆ ਸੀ, ਅੱਜ ਤੋਂ ਤਕਰੀਬਨ 7 ਸਾਲ। ਤੇ ਅੱਜ 7 ਸਾਲ ਹੋ ਗਏ ਸਾਨੂੰ ਸੰਘਰਸ਼ ਕਰਦੇ ਨੂੰ ਕਿ ਸਾਨੂੰ ਇਨਸਾਫ ਮਿਲੂਗਾ, ਸਾਨੂੰ ਉਹਦਾ ਪਤਾ ਲੱਗੂਗਾ ਕਿ ਮਨੋਜ ਕਿੱਥੇ ਹੈ, ਮਨੋਜ ਠੀਕ ਹੈ ਜਾਂ ਨਹੀਂ ਹੈ। ਸਾਨੂੰ ਕੁਝ ਨਹੀਂ ਪਤਾ ਕਿ ਉਹ ਇਸ ਟਾਈਮ ਤੇ ਉਹਦੇ ਨਾਲ ਕੀ ਹੋਇਆ। ਨਾ ਤਾਂ ਸਾਨੂੰ ਇਹਦੇ ਵਿੱਚ ਕੋਈ ਇਨਸਾਫ ਮਿਲਿਆ ਤੇ ਨਾ ਹੀ ਮਨੋਜ ਬਾਰੇ ਪਤਾ ਲੱਗਿਆ। ਪਹਿਲਾਂ ਇਹਦੇ ਵਿੱਚ ਪੰਜਾਬ ਪੁਲਿਸ ਦੀ ਸ਼ਿਰਕਤ ਰਹੀ ਹੈ, ਉਹਨਾਂ ਨੇ ਵੀ ਕੁਝ ਨਹੀਂ ਕੀਤਾਗਾ। ਉਸ ਤੋਂ ਬਾਅਦ ਸਿੱਟ ਬਣੀ ਹੈ ਜਿਹਦੇ ਵਿੱਚ ਕੁਮਰ ਵਿਨੇ ਪ੍ਰਤਾਪ ਜੀ ਦੀ ਮਤਲਬ ਉਹਨਾਂ ਦੇ ਅੰਡਰ ਇੱਕ ਸਿੱਟ ਬਣੀ ਰਹੀ ਹੈ, ਉਹਨਾਂ ਨੇ ਵੀ ਕੁਝ ਨਹੀਂ ਕੀਤਾ ਇਹਦੇ ਵਿੱਚ। ਹੁਣ ਹਾਰ ਕੇ ਅਸੀਂ ਜਦੋਂ ਸੀਬੀਆਈ ਕੋਲ ਕੇਸ ਲੈ ਕੇ ਗਏ ਹਾਂ, ਬਹੁਤ ਜ਼ਿਆਦਾ ਸੰਘਰਸ਼ ਕੀਤਾ ਅਸੀਂ ਸੀਬੀਆਈ ਦੇ ਕੋਲ ਜਾਣ ਲਈ। ਤੁਹਾਨੂੰ ਸਭ ਨੂੰ ਪਤਾ ਅਸੀਂ 2 ਸਾਲ ਤਕਰੀਬਨ ਧਰਨੇ ਦਿੱਤੇ ਹੈ ਕਿ ਇਹ ਕੇਸ ਸੀਬੀਆਈ ਕੋਲ ਚਲਾ ਜਾਵੇ, ਸਿਰਫ ਇਸ ਉਮੀਦ ਤੇ ਕਿ ਸੀਬੀਆਈ ਇੱਕ ਇਹੋ ਜਿਹੀ ਏਜੰਸੀ ਹੈ ਜਿਹੜੀ ਕਿ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੀ ਹੈ ਤੇ ਇਨਸਾਫ ਦਿਵਾਉਂਦੀ ਹੈ। ਪਰ ਅੱਜ ਦੇਖੋ, ਸੀਬੀਆਈ ਦੀ ਰਿਪੋਰਟ ਹੈ, ਫਾਈਨਲ ਰਿਪੋਰਟ ਉਹਨਾਂ ਨੇ ਜਮ੍ਹਾਂ ਕਰਾਤੀ ਹੈ ਕੋਰਟ ਦੇ ਵਿੱਚ। ਉਹਨਾਂ ਨੇ ਕੀ ਜਮ੍ਹਾਂ ਕਰਾਇਆ ਕਿ ਸਾਡੇ ਹੱਥ ਖੜੇ ਹੈ, ਕਿ ਸਾਡੇ ਤੋਂ ਇਨਸਾਫ ਦੀ ਉਮੀਦ ਨਾ ਰੱਖੋ, ਸਾਡੇ ਤੋਂ ਇਹ ਕੇਸ ਹੱਲ ਨਹੀਂ ਹੁੰਦਾ। ਮੇਰੇ ਖਿਆਲ 'ਚ ਇਹ ਜਿਹੜਾ ਇੰਡੀਆ ਦਾ ਸਿਸਟਮ ਹੈ, ਇੱਥੇ ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲ ਸਕਦਾ। ਅਸੀਂ ਇੰਨਾ 7 ਸਾਲ ਦੇ ਸੰਘਰਸ਼ ਤੋਂ ਬਾਅਦ ਸਾਡੇ ਕੋਲ ਆ ਫਾਈਨਲ ਰਿਪੋਰਟ ਹੈ ਕਿ ਸਾਡੇ ਹੱਥ ਖੜੇ ਹੈ ਤੇ ਸਾਡੇ ਕੋਲ ਕੇਸ ਇਹ ਹੱਲ ਨਹੀਂ ਹੁੰਦਾ। ਅਸੀਂ ਇਹਦੇ ਲਈ ਪ੍ਰੋਟੈਸਟ ਪਟੀਸ਼ਨ ਪਾਈ, ਉਹਨਾਂ ਨੇ ਸਾਡੀ ਕਲੋਜ਼ਰ ਰਿਪੋਰਟ ਦਿੱਤੀ ਹੈ। ਸੀਬੀਆਈ ਕੇਸ ਦੇ ਵਿੱਚ ਹੁਣ ਕੇਸ ਜਿਹੜਾ ਹੈਗਾ ਟ੍ਰਾਂਸਫਰ ਹੋ ਗਿਆ ਹਾਈ ਕੋਰਟ ਤੋਂ। ਪਹਿਲਾਂ ਇਹ ਹਾਈ ਕੋਰਟ 'ਚ ਚੱਲਦਾ ਸੀ, ਉਹਨਾਂ ਨੇ ਕਲੋਜ਼ਰ ਰਿਪੋਰਟ ਦਿੱਤੀ ਹੈ ਸੀਬੀਆਈ ਕੋਰਟ ਦੇ ਵਿੱਚ ਫਾਈਨਲੀ ਕਿ ਇਹ ਕੇਸ ਉਹਨਾਂ ਤੋਂ ਹੱਲ ਨਹੀਂ ਹੋ ਰਿਹਾ ਤੇ ਇਹਨੂੰ ਬੰਦ ਕੀਤਾ ਜਾਵੇ ਕੇਸ ਨੂੰ। ਬਟ ਅਸੀਂ ਚਾਹੁੰਦੇ ਹਾਂ ਕਿ ਕੇਸ ਬੰਦ ਨਾ ਕੀਤਾ ਜਾਵੇ। ਅਸੀਂ ਇਹਦੇ ਲਈ ਪ੍ਰੋਟੈਸਟ ਪਟੀਸ਼ਨ ਪਾਈ ਹੈ ਜਿਹਦੀ ਤਾਰੀਖ ਹੁਣ 1 ਜੂਨ ਹੈ 2021 ਦੀ, ਤੇ ਉਹਦੇ ਵਿੱਚ ਅਸੀਂ ਇਹ ਕੇਸ ਉਹਨਾਂ ਵਿੱਚ ਪਾਇਆ। ਹੁਣ ਦੇਖੋ, ਇਹਦੇ ਵਿੱਚ ਨਾ ਤਾਂ ਪੰਜਾਬ ਸਰਕਾਰ ਨੇ ਕੁਝ ਕੀਤਾ, ਸੀਬੀਆਈ ਕੋਰਟ ਨੇ ਵੀ ਕੀ ਕੀਤਾ ਹੈ ਮੈਂ ਤੁਹਾਨੂੰ ਉਹ ਵੀ ਦਿਖਾ ਰਹੀ ਹਾਂ। ਇਹਨਾਂ ਨੇ ਇੱਕ ਪੋਲੀਗ੍ਰਾਮ ਟੈਸਟ ਕਰਵਾਏ ਸੀ, ਜਿਹੜੇ ਪੋਲੀਗ੍ਰਾਮ ਟੈਸਟ ਕਰਵਾਏ ਆ ਸਿਰਫ ਫਾਰਮੈਲਿਟੀ ਸੇਕ ਇਹਨਾਂ ਨੇ ਕਰਵਾਏ ਆ, ਤੇ ਉਹਦੇ 'ਚ ਸਵਾਲ ਦੇਖ ਲਓ ਕਿੱਦਾਂ ਦੇ ਆ। ਪੋਲੀਗ੍ਰਾਮ ਟੈਸਟ ਦੇ 5-6 ਸਵਾਲ ਹੈ, ਠੀਕ ਹੈ, ਜਿਹਦੇ ਵਿੱਚ ਸਿਰਫ ਯੈਸ ਤੇ ਨੋ ਦੇ ਵਿੱਚ ਜਵਾਬ ਦੇਣਾ ਸੀ। ਹੁਣ ਪੋਲੀਗ੍ਰਾਮ ਟੈਸਟ ਦੇ ਵਿੱਚ ਕੀ ਹੁੰਦਾ ਹੈ, ਆਪਾਂ ਨੂੰ ਪਤਾ ਇਹਦੀ ਐਕੂਰੇਸੀ ਵੈਸੇ ਤਾਂ 70% ਹੈ, ਬਟ ਜੇ ਤੁਸੀਂ ਸਾਹ ਬੰਦ ਕਰਕੇ ਕੋਈ ਯੈਸ ਜਾਂ ਨੋ ਦਾ ਆਨਸਰ ਦੋਗੇ ਨਾ, ਉਹ ਝੂਠ ਫੜਿਆ ਨਹੀਂ ਜਾਂਦਾ। ਇਹਦੇ ਵਿੱਚ ਸਿਰਫ ਇਹੀ ਪੁੱਛਿਆ ਕਿ ਤੁਹਾਨੂੰ ਪਤਾ ਹੈ ਮਨੋਜ ਕਿੱਥੇ ਹੈ। ਹੁਣ ਤੁਸੀਂ ਆਪੇ ਸੋਚੋ ਕਿ ਅੱਖਾਂ ਬੰਦ ਕਰਕੇ ਜਾਂ ਸਾਹ ਘੁੱਟ ਕੇ ਤੁਸੀਂ ਅਗਰ ਜਵਾਬ ਦਿਓਗੇ ਨਾ, ਉਹਦਾ ਰਿਪਲਾਈ ਤੁਸੀਂ ਉਹਨੂੰ ਟਰੇਸ ਨਹੀਂ ਕਰ ਸਕਦੇ। ਇਹ ਸਿਰਫ ਫਾਰਮੈਲਿਟੀ ਕੀਤੀ ਹੋਈ ਹੈ। ਇਹ ਜਿਹੜੀ ਕੰਪਨੀ ਹੈ ਇਹ ਇੱਕ ਬੀਜੇਪੀ ਲੀਡਰ ਦੀ ਕੰਪਨੀ ਹੈ, SIS ਪ੍ਰੋਸੀਗਰ ਕੰਪਨੀ, ਠੀਕ ਹੈ। ਹੁਣ ਜਿੰਨੇ ਵੀ ਕੇਸ ਲੁੱਟੇ ਜਾਂਦੇ, ਜਿਸ ਦਿਨ ਮਨੋਜ ਗੁੰਮ ਹੋਇਆ 3 ATM ਲੁੱਟੇ ਗਏ, ਆਪਾਂ ਸਭ ਨੂੰ ਪਤਾ ਹੈ। ਉਹ ਜਿਹੜੇ ATM ਲੁੱਟੇ ਗਏ ਉਹਨਾਂ ਦੀ FIR ਹੋਈ ਨਾ, ਤਾਂ ਉਹ ਜਿਹੜੇ ਲੁੱਟੇ ਗਏ ਕੇਸ ਜਿਹੜੇ ATM ਲੁੱਟੇ ਗਏ ਉਹਨਾਂ ਦਾ ਕੁਝ ਬਣਿਆ, ਨਾ ਮਨੋਜ ਦਾ ਕੁਝ ਪਤਾ ਲੱਗਿਆ, ਨਾ ਉਹਦੇ ਕਿਡਨੈਪਰਸ ਦਾ ਕੁਝ ਪਤਾ ਲੱਗਿਆ, ਤੇ ਨਾ ਹੀ ਇਹਦੇ ਵਿੱਚ ਜਿਹੜੇ ਬੰਦੇ ਸ਼ਾਮਿਲ ਸੀ ਜਿਨ੍ਹਾਂ ਦੀ ਫੋਟੋ ਆਈਆਂ ਉਹਨਾਂ ਦਾ ਪਤਾ ਲੱਗਿਆ। ਹੁਣ ਤੁਸੀਂ ਆਪੇ ਦੇਖੋ ਕਿ ਜਿਹੜੇ ਵੀ ATM ਲੁੱਟੇ ਜਾਂਦੇ ਆ, ਕੀ ਉਹਨਾਂ ਦਾ ਕਦੇ ਵੀ ਕੋਈ ਸੋਲਿਊਸ਼ਨ ਨਿਕਲਿਆ? ਨਹੀਂ ਨਿਕਲਿਆ। ਕਿਉਂ ਨਹੀਂ ਨਿਕਲਿਆ? ਕਿਉਂਕਿ ਇਹ ਕੰਪਨੀਆਂ ਆਪ ਹੀ ATM ਲੁੱਟਵਾਉਂਦੀਆਂ, ਆਪ ਹੀ ਉਹਨਾਂ ਦੇ ਕਲੇਮ ਲੈਂਦੀਆਂ ਤੇ ਆਪ ਹੀ ਇਹਦੇ ਵਿੱਚ ਬਹੁਤ ਵੱਡਾ ਸਕੈਮ ਨੂੰ ਇਨਕਲੂਡ ਕਰਦੀ ਹੈ। ਬਹੁਤ ਵੱਡਾ ਸਕੈਮ ਹੈ ਜਿਹਨੂੰ ਮਨੋਜ ਡਿਸਕਲੋਜ਼ ਕਰਨ ਵਾਲਾ ਸੀਗਾ, ਤੇ ਇਸ ਕਰਕੇ ਇਹਨਾਂ ਦੀ ਕੰਪਨੀ ਨੇ ਆਪ ਹੀ ਮਨੋਜ ਨੂੰ ਕਿਡਨੈਪ ਕਰਕੇ, ਮੈਨੂੰ ਨਹੀਂ ਪਤਾ ਉਹਦਾ ਕੀ ਕੀਤਾ ਕੀ ਨਹੀਂ ਕੀਤਾ, ਪਰ ਹਾਲੇ ਤੱਕ ਇਹ ਬਿਲਕੁਲ ਕੁਝ ਵੀ ਡਿਸਕਲੋਜ਼ ਨਹੀਂ ਹੋ ਰਿਹਾ। ਹੁਣ ਦੇਖੋ 25 ਮਈ 2014 ਨੂੰ BJP ਦੀ ਸਰਕਾਰ ਆਉਂਦੀ ਹੈ ਤੇ 26 ਮਈ ਨੂੰ ਆਉਂਦੀ ਹੈ,
25 ਮਈ ਨੂੰ ਮੇਰਾ ਬ੍ਰਦਰ ਮਨੋਜ ਕਿਡਨੈਪ ਹੁੰਦਾ ਹੈ। ਆਪੇ ਸੋਚੋ ਕਿ ਸਾਰਾ ਦਾ ਸਾਰਾ 7 ਸਾਲ ਹੋ ਗਏ ਇਸ ਚੀਜ਼ ਨੂੰ। ਬੀਜੇਪੀ ਦੀ ਸਰਕਾਰ ਦੇ ਹੇਠਾਂ ਇਹ ਕੁਝ ਵੀ ਮੈਨੂੰ ਨਹੀਂ ਲੱਗਦਾ ਸੋਲੂਸ਼ਨ ਹੋ ਰਿਹਾ। ਇਹ ਸਾਰੇ ਮਿਲੇ ਭੁਗਤ ਹੈ। ਹੁਣ ਜਿਹੜੇ ਅਰੁਣ ਸ਼ਰਮਾ ਜੀ, ਦੀਪਕ ਸ਼ਰਮਾ ਜੀ, ਇਹ ਵੀ ਕਮਲ ਸ਼ਰਮਾ ਜੀ ਦੇ ਰਿਸ਼ਤੇਦਾਰ ਸੀਗੇ ਫਿਰੋਜ਼ਪੁਰ ਦੇ ਵਿੱਚ। ਹੁਣੇ ਪਿੱਛੇ ਜੇ ਉਹਨਾਂ ਦੀ ਡੈਥ ਹੋ ਗਈ ਕਮਲ ਸ਼ਰਮਾ ਜੀ ਦੀ, ਉਹ ਵੀ ਬੀਜੇਪੀ ਦੇ ਸੀਗੇ। ਤੇ ਮੇਰੀ ਇਹੀ ਦਰਖਾਸਤ ਹੈ, ਕਿਰਪਾ ਕਰਕੇ ਸਾਰੇ ਲੋਕਾਂ ਨਾਲ ਇਹਦੇ ਵਿੱਚ ਮੇਰਾ ਸਾਥ ਦਿਓ, ਕਿਉਂਕਿ ਜੇ ਇੱਥੇ ਅਸੀਂ ਹਾਰ ਗਏ 7 ਸਾਲ, ਸਾਨੂੰ ਬਹੁਤ ਸਾਰੀਆਂ ਬਾਦਲ ਸਰਕਾਰ ਨੇ ਵੀ ਆਫਰਸ ਦਿੱਤੀਆਂ ਸੀ ਸਰਕਾਰੀ ਨੌਕਰੀਆਂ ਦੀਆਂ, ਪੈਸਿਆਂ ਦੀਆਂ, ਕਿ ਤੁਸੀਂ ਇਨਸਾਫ ਲੈਣਾ ਛੱਡ ਦਿਓ, ਆਰਾਮ ਨਾਲ ਬਹਿ ਜਾਓ। ਅਸੀਂ ਨਹੀਂ ਹਾਰੇ, ਅਸੀਂ ਸੰਘਰਸ਼ ਕੀਤਾ ਸਿਰਫ ਇਸ ਦਿਨ ਲਈ ਕਿ ਸਾਨੂੰ ਆਹ ਰਿਪੋਰਟ ਮਿਲੇ, ਫਾਈਨਲ ਰਿਪੋਰਟ, ਕਿ ਤੁਹਾਨੂੰ ਇਨਸਾਫ ਨਹੀਂ ਮਿਲ ਸਕਦਾ। ਅਸੀਂ 7 ਸਾਲ ਹੋ ਗਏ ਮਰਦ ਨੂੰ, ਕਿਰਪਾ ਕਰਕੇ ਸਾਨੂੰ ਇਨਸਾਫ ਦਿਵਾਓ, ਸਾਨੂੰ ਪਤਾ ਲੱਗੇ ਕਿ ਮਨੋਜ ਦਾ ਕੀ ਹੋਇਆ ਕੀ ਨਹੀਂ ਹੋਇਆ, ਸਾਨੂੰ ਇਸ ਚੀਜ਼ ਦਾ ਪਤਾ ਦੱਸਿਆ ਜਾਵੇ। ਧੰਨਵਾਦ। ਕਿ ਸਾਹਮਣੇ ਆਇਆ ਸਾਰੇ ਦੇਸ਼ ਦੇ ਲੋਕਾਂ ਦੇ ਕਿ ਸਟੇਟਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਦਬਾਉਣਾ ਹੁੰਦਾ ਜਾਂ ਸਰਕਾਰ ਨੇ ਕਿਸੇ ਵੀ ਬੰਦੇ ਨੂੰ ਆਪਣੇ ਅਨੁਸਾਰ ਚਲਾਉਣਾ, ਤਾਂ ਉੱਥੇ ਸੀਬੀਆਈ ਦਾ ਗਲਤ ਵਰਤੋਂ ਕੀਤੀ ਹੈ। ਬੰਗਾਲ ਦੇ ਵਿੱਚ ਜਾਂ ਹੋਰ ਸਟੇਟਾਂ 'ਚ, ਪੰਜਾਬ ਦੇ ਅੰਦਰ ਵੀ, ਤਾਂ ਜਿੱਥੇ ਲੋੜ ਹੈ ਲੋਕਾਂ ਨੂੰ ਸੀਬੀਆਈ ਦੀ ਸਪੋਰਟ ਦੀ, ਉੱਥੇ ਸਪੋਰਟ ਨਹੀਂ ਦਿੰਦੀ। ਇਸ ਵਾਸਤੇ ਇਹ ਜਿਹੜੀ ਕਲੋਜ਼ਰ ਰਿਪੋਰਟ ਦਿੱਤੀ ਗਈ ਹੈ, ਇਸ ਤੋਂ ਇਹ ਸਾਬਤ ਹੁੰਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੇ ਲੋਕਾਂ ਦਾ ਹੱਥ ਹੈ। ਕੋਈ ਛੋਟੇ-ਮੋਟੇ ਬੰਦੇ ਦਾ ਮਸਲਾ ਹੁੰਦਾ ਤਾਂ ਫਰੀਦਕੋਟ ਦੀ ਲੋਕਲ ਕੋਈ ਸਿਪਾਹੀ ਹੌਲਦਾਰ ਇਹਦੀ ਇਨਵੈਸਟੀਗੇਸ਼ਨ ਕਰਕੇ ਉਹ ਬੰਦੇ ਨੂੰ ਫੜ ਕੇ ਅੰਦਰ ਦੇ ਦਿੰਦਾ, ਪਰ ਇਹ ਜਿਹੜਾ ਹੈਗਾ ਇਹਦੇ ਪਿੱਛੇ ਬਹੁਤ ਵੱਡੇ ਲੀਡਰਾਂ ਦਾ ਹੱਥ ਹੈ। ਇਸ ਕਰਕੇ ਜਿਹੜਾ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਪਰ ਹੁਣ ਅਸੀਂ ਜਾਈਏ ਕਿੱਥੇ, ਲੋਕ ਕਿੱਥੇ ਜਾਣ? ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ, ਧਰਨੇ ਦੇ ਕੇ ਹਾਈ ਕੋਰਟ 'ਚ ਰੌਲਾ ਪਾ ਕੇ ਸੀਬੀਆਈ ਨੂੰ ਕੇਸ ਦਵਾਇਆ, ਪਰ ਸੀਬੀਆਈ ਨੇ ਵੀ ਕੁਝ ਨਹੀਂ ਕੀਤਾ। ਤਾਂ ਹੁਣ ਲੋਕ ਕਿੱਥੇ ਜਾਣਗੇ? ਇਨਸਾਫ ਦੀ ਮੰਗ ਵਾਸਤੇ ਕਿੱਥੇ ਜਾਣਗੇ? ਤਾਂ ਲੋਕਾਂ ਨੂੰ ਇਹ ਅਪੀਲ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਇਸ ਸਿਸਟਮ ਦੇ ਖਿਲਾਫ ਖੜੇ ਹੋਈਏ, ਕਿਉਂਕਿ ਵੱਡੀਆਂ ਜਿਹੜੀਆਂ ਪਾਰਟੀਆਂ ਜਾਂ ਵੱਡੇ ਲੋਕ ਹੈ ਸਾਡੇ ਖਿਲਾਫ ਇਹ ਹਥਿਆਰ ਵਰਤ ਕੇ ਆਮ ਲੋਕਾਂ ਦੇ ਉੱਤੇ ਇਹ ਸਮਝ ਲਓ ਜ਼ੁਲਮ ਕਰ ਰਹੇ ਆ, ਤਾਂ ਕਿ ਲੋਕ ਆ ਜਿਹੜੇ ਉਹ ਇਨਸਾਫ ਹੀ ਨਾ ਮੰਗਣ। 7 ਸਾਲ ਤੋਂ ਇੱਕ ਪਰਿਵਾਰ ਇਨਸਾਫ ਮੰਗ ਰਿਹਾ, ਔਰ ਇੱਥੇ ਇਹਨਾਂ ਦੇ ਕੁਝ ਅਫਸਰ ਕਹਿੰਦੇ ਜੀ 25 ਲੱਖ ਰੁਪਈਆ ਲੈ ਕੇ ਮਨੋਜ ਭੱਜ ਗਿਆ। ਤਾਂ ਉਦੋਂ ਵੀ ਸਾਡੇ ਉਹਨੂੰ ਇਹ ਕਿਹਾ ਸੀ ਕਿ ਜੇ 25 ਲੱਖ ਰੁਪਈਆ ਲੈ ਕੇ ਉਹ ਗਿਆ ਤਾਂ 25 ਲੱਖ ਲਿਜਾਣ ਵਾਲੇ ਨੂੰ ਵੀ ਤੁਸੀਂ ਫੜਨਾ, ਤੁਸੀਂ ਕਿਉਂ ਨਹੀਂ ਫੜਦੇ? ਪਰ ਕਹਾਣੀ ਇਹ ਹੈ ਕਿ ਇਹਦੇ ਵਿੱਚ ਬੀਜੇਪੀ ਦੇ ਸਿਰੇ ਦੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ ਇਨਵੋਲਵ ਹੈ, ਔਰ ਉਹ ਜਿਹੜੇ ਹੈਗੇ ਉਹ ਇਸ ਜਾਂਚ ਨੂੰ ਕਿਸੇ ਪਾਸੇ ਲੱਗਣ ਨਹੀਂ ਦੇ ਰਹੇ। ਤਾਂ ਇਹ ਜਿਹੜੀ ਲੜਾਈ ਹੈ ਅਸੀਂ ਲੜਦੇ ਰਹਾਂਗੇ, ਕਿਉਂਕਿ ਲੜਨਾ ਸਾਡਾ ਫਰਜ਼ ਹੈ।